Audio Jungle. Audio Jungle. ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਅਰਮਾਨ ਧਾਲੀਵਾਲ। ਪਟਿਆਲਾ ਦੇ ਵਿੱਚ ਪਿਛਲੇ 5 ਦਿਨ ਤੋਂ ਧਰਨਾ ਚੱਲ ਰਿਹਾ ਹੈ। ਇੱਥੇ ਪਹਿਲਾਂ ਜੋ ਭਾਖੜਾ ਨਹਿਰ ਦੇ ਕੋਲ ਰੋਕਿਆ ਗਿਆ ਸੀ ਕਿਸਾਨਾਂ ਨੂੰ, ਪਰ ਉਸ ਤੋਂ ਬਾਅਦ ਬੈਰੀਕੇਡਿੰਗ ਤੋੜ ਕੇ ਜੋ ਬਾਈਪੀਐਸ ਚੌਂਕ ਦੇ ਵਿੱਚ ਪਿਛਲੇ 3 ਦਿਨ ਤੋਂ ਧਰਨਾ ਚੱਲ ਰਿਹਾ। ਕੱਲ੍ਹ ਕਾਫੀ ਵੱਡੇ ਪੱਧਰ 'ਤੇ ਇਕੱਠ ਵੀ ਹੋਇਆ ਸੀ, ਜਿੱਥੇ 5 ਸਟੇਟਾਂ ਦੇ ਕਿਸਾਨ ਵੀ ਪੁੱਜੇ ਸਨ ਇਸ ਧਰਨੇ 'ਚ ਸ਼ਾਮਲ ਹੋਣ ਲਈ। ਉਸ ਧਰਨੇ ਨੂੰ ਵੇਖਦਿਆਂ ਸਰਕਾਰ ਵੱਲੋਂ 30 ਤਰੀਕ ਦੀ ਮੀਟਿੰਗ ਕਿਸਾਨਾਂ ਦੀ ਬੁਲਾ ਲਈ ਗਈ ਹੈ, ਪਰ ਹੁਣ ਧਰਨੇ ਦੇ ਹਾਲਾਤ ਕੀ ਨੇ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੀ ਕਿਸ ਤਰ੍ਹਾਂ ਇੱਥੇ ਸਫਾਈ ਰੱਖੀ ਜਾ ਰਹੀ ਹੈ ਜਾਂ ਕੋਈ ਹੋਰ ਕਾਨੂੰਨ ਤਾਂ ਨਹੀਂ ਤੋੜਿਆ ਜਾ ਰਿਹਾ ਕਿਸਾਨਾਂ ਵੱਲੋਂ। ਕਿਸਾਨਾਂ ਨਾਲ ਗੱਲਬਾਤ ਵੀ ਕਰਾਂਗੇ, ਜੋ ਕਿਸਾਨ ਨੇਤਾ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਇੱਕ ਵਾਰ ਧਰਨੇ ਦਾ ਤੁਹਾਨੂੰ ਰੁੱਖ ਕਰਵਾਉਂਦੇ ਹਾਂ। ਤੁਸੀਂ ਦੇਖ ਸਕਦੇ ਹੋ ਸ਼ਾਂਤਮਈ ਤਰੀਕੇ ਦੇ ਨਾਲ ਇਹ ਧਰਨਾ ਚੱਲ ਰਿਹਾ ਹੈ। ਸਫਾਈਆਂ ਹੋ ਰਹੀਆਂ, ਸਫਾਈ ਉਵੇਂ ਵੀਰ ਜੋ ਕਿਸਾਨ ਵੀਰ ਹੈਗੇ ਨੇ ਸਫਾਈ ਕਰ ਰਹੇ ਨੇ। ਇੱਥੇ ਟਰਾਲੀਆਂ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਜੋ ਕਿਸਾਨ ਇੱਥੇ ਬੈਠੇ ਹੋਏ ਨੇ ਪਿਛਲੇ 5 ਦਿਨਾਂ ਤੋਂ, ਪਰ ਬਿਲਕੁਲ ਸ਼ਾਂਤੀਪੂਰਨ ਤਰੀਕੇ ਨਾਲ ਹੀ ਬੈਠੇ ਹੋਏ ਨੇ। ਕਿਸਾਨਾਂ ਵੱਲੋਂ ਕੋਈ ਵੀ ਜੋ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਜਾ ਰਹੀ। ਕਿਸਾਨ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਇੱਕ ਵਾਰ ਤਾਂ ਕੱਲ੍ਹ ਇਕੱਠ ਜ਼ਿਆਦਾ ਹੋਇਆ ਸੀ, ਪਰ 100 ਦੀ ਗਿਣਤੀ ਦੇ 100-110 ਕਿਸਾਨ ਹੀ ਇੱਥੇ ਮੌਜੂਦ ਰਹਿਣਗੇ ਧਰਨੇ ਦੇ ਵਿੱਚ। ਇੱਕ ਸਾਈਡ 'ਤੇ ਬੈਠੇ ਹੋਏ ਨੇ, ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਅਤੇ ਸ਼ਾਂਤੀ ਪੱਧਰ ਸ਼ਾਂਤੀ ਦੇ ਤਰੀਕੇ ਨਾਲ ਹੀ ਬੈਠੇ ਹੋਏ ਨੇ। ਤੁਹਾਨੂੰ ਦਿਖਾਵਾਂਗੇ ਦੂਰ ਦੂਰ ਤੱਕ ਕਿਸਾਨ ਜੋ ਸਫਾਈ ਦਾ ਬਹੁਤ ਖਾਸ ਧਿਆਨ ਰੱਖ ਰਹੇ ਨੇ। ਇੱਥੇ ਦੂਰ ਦੂਰ ਤੁਸੀਂ ਸਾਹਮਣੇ ਜੋ ਦੂਰ ਤੱਕ ਨਜ਼ਰ ਪੈਂਦੀ ਆ, ਵੀਰ ਸਫਾਈ ਕਰ ਰਹੇ ਨੇ। ਆਪਾਂ ਇੱਕ ਵਾਰੀ ਤੁਹਾਨੂੰ ਸਾਰੇ ਧਰਨੇ ਦਾ ਰੁੱਖ ਕਰਵਾਉਂਦੇ ਹਾਂ ਵੀ ਕਿਸਾਨ ਜਿਹੜੇ ਬੈਠੇ ਹੋਏ ਨੇ ਬਿਲਕੁਲ ਸ਼ਾਂਤੀਪੂਰਨ ਤਰੀਕੇ ਦੇ ਨਾਲ। ਮੇਨ ਗੱਲ ਸੀ ਇੱਥੇ ਜੋ ਆਵਾਜਾਈ 1 ਦਿਨ ਲਈ 2 ਦਿਨ ਲਈ ਉੱਥੇ ਬੰਦ ਕੀਤੀ ਗਈ ਸੀ, ਜੋ ਪਛਾਣਾ ਚੌਂਕੀ ਦੇ ਕੋਲ, ਉਹਨਾਂ ਦੀ ਬਕਾਇਦਾ ਕਿਸਾਨਾਂ ਨੇ ਮਾफ़ੀ ਮੰਗੀ ਸੀ, ਪਰ ਹੁਣ ਇੱਕ ਸਾਈਡ 'ਤੇ ਉੱਪਰ ਆ ਕੇ ਜਿਹੜੇ ਬੈਠ ਗਏ ਨੇ। ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿਸਾਨ ਸਫਾਈ ਕਰ ਰਹੇ ਨੇ। ਸਫਾਈ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿਸਾਨਾਂ ਵੱਲੋਂ। ਕਿਸਾਨ ਨੇਤਾ ਜੋ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਦਿਖਾਉਣਾ ਚਾਹਾਂਗਾ ਜੋ ਸ਼ਹਿਰ ਵਾਸੀ ਹੈ, ਪਟਿਆਲਾ ਸ਼ਹਿਰ ਦੇ ਲੋਕ ਨੇ, ਉਹ ਵੀ ਕਿਸਾਨਾਂ ਦਾ ਬਹੁਤ ਸਾਥ ਦੇ ਰਹੇ ਨੇ। ਪਾਣੀ ਦਾ ਜੋ ਸੇਵਾ ਇੱਥੇ ਲੈ ਕੇ ਆਏ ਨੇ ਪਟਿਆਲਾ ਸ਼ਹਿਰ ਦੇ ਹੀ ਲੋਕ ਨੇ। ਖਾਣ ਪੀਣ ਦਾ ਕੋਈ ਕੋਈ ਵੀ ਇੱਥੇ ਘਾਟ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਪਾਣੀ ਇੱਥੇ ਉਤਾਰ ਕੇ ਚਲੇ ਗਏ ਨੇ, ਆਪਣਾ ਨਾਮ ਵੀ ਨਹੀਂ ਦੱਸਿਆ। ਸ਼ਹਿਰ ਤੋਂ ਹੀ ਹੈਗੇ ਨੇ ਇਹ ਲੋਕ। ਇਸ ਤਰ੍ਹਾਂ ਕਿਸਾਨਾਂ ਨੂੰ ਪਿਆਰ ਦੇ ਰਹੇ ਨੇ। ਸਾਡੇ ਨਾਲ ਇੱਥੇ ਮੌਜੂਦ ਨੇ ਕਿਸਾਨ ਨੇਤਾ ਜੋ ਡਿੱਕੀ ਜੇਜੀ ਬਾਈ, ਨਾਲ ਵੀ ਗੱਲ ਕਰਾਂਗੇ ਅਤੇ ਜਾਣਾਂਗੇ ਹੁਣ ਦੇ ਧਰਨੇ ਦੇ ਹਾਲਾਤ ਕੀ ਨੇ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਬਾਈ ਜੀ। ਹਾਂਜੀ ਹਾਂਜੀ। ਕਿਵੇਂ ਚੱਲ ਰਿਹਾ ਜੀ ਧਰਨਾ? ਹੁਣ 5 ਦਿਨ ਹੋ ਗਏ ਇੱਥੇ ਧਰਨਾ ਚੱਲਦੇ ਨੂੰ, ਹੁਣ ਅੱਜ ਦੇ ਹਾਲਾਤ ਕੀ ਨੇ ਇੱਥੇ? ਵੈਸੇ ਤਾਂ ਸੱਚੀ ਦੱਸਾਂ ਬਹੁਤ ਔਖਾ ਹੋਣਾ ਸੀਗਾ, ਪਰ ਜਿਹੜਾ ਇੱਥੇ ਪਟਿਆਲੇ ਸ਼ਹਿਰ ਦੇ ਯੂਥ ਨੇ ਅਤੇ ਪਟਿਆਲੇ ਸ਼ਹਿਰ ਦੇ ਨਾਗਰਿਕਾਂ ਨੇ ਜਿਹੜਾ ਸਾਥ ਦਿੱਤਾ, ਇਹ ਐਂ ਲੱਗਦਾ ਵੀ ਕੰਡਿਆਂ ਦੇ ਵੀ ਇਹਨਾਂ ਨੇ ਫੁੱਲ ਬਣਾਤੇ। ਜੋ ਮੇਰੇ ਮਨ 'ਚ ਆ ਮੈਂ ਤੁਹਾਨੂੰ ਉਹ ਦੱਸ ਰਿਹਾ। ਜਿਵੇਂ ਨਾ ਸੂਲਾਂ ਦੇ ਜਿਵੇਂ ਫੁੱਲ ਨਹੀਂ ਚੁੱਭਦਾ ਹੀ ਨਹੀਂ ਕੁਛ, ਅਤੇ ਮੈਨੂੰ ਲੱਗਦਾ ਮੈਂ ਜ਼ਿੰਦਗੀ 'ਚ ਦੂਜੀ ਵਾਰੀ ਮੇਰੀ ਅੱਖਾਂ 'ਚ ਆਂਸੂ ਆਉਣਗੇ ਜਦੋਂ ਮੈਂ ਇੱਥੋਂ ਜਾਊਂਗਾ। ਜ਼ਿੰਦਗੀ 'ਚ ਪਹਿਲੀ ਵਾਰੀ ਉਹ ਕੁੜੀ ਨੇ ਰਵਾਇਆ ਅਤੇ ਦੂਜੀ ਵਾਰੀ ਹੋਣਾ ਬਸ। ਅਤੇ ਮੈਨੂੰ ਇਦੋਂ ਲੱਗਦਾ ਨਹੀਂ ਮੈਂ ਪਹਿਲਾਂ ਕਿਤੇ ਰੋਇਆ ਹੋਊਗਾ। ਛੋਟੇ ਹੁੰਦੇ ਦਾ ਤਾਂ ਮੈਂ ਕਹਿ ਨਹੀਂ ਸਕਦਾ, ਜਦੋਂ ਸੁੱਧ ਬੁੱਧ ਨਹੀਂ, ਜਿਹਦਾ ਪਤਾ ਨਹੀਂ, ਜਦੋਂ ਦੀ ਮੈਨੂੰ ਸੋਝੀ ਆਈ ਹੈ। ਅਤੇ ਜੇ ਮੇਰੇ ਕੁੱਟ ਵੀ ਪੈਂਦੀ ਸੀ ਨਾ ਤਾਂ ਮੈਂ ਰੋਂਦਾ ਨਹੀਂ ਸੀ। ਹੁੰਦਾ ਨਾ ਮਾਂ ਪਿਓ ਦੀ ਕੁੱਟ ਅਤੇ ਜਵਾਕ ਚੀਕਾਂ ਜਿਹੀਆਂ ਮਾਰਨ ਲੱਗ ਜਾਂਦੇ, ਮੈਂ ਕਦੇ ਰੋਇਆ ਨਹੀਂ ਹੋਣਾ। ਅਤੇ ਮੈਨੂੰ ਦੂਜੀ ਵਾਰੀ ਉਹ ਵੀ ਪਿਆਰ ਕਰਕੇ ਮੈਨੂੰ ਰੋਣਾ ਆਇਆ, ਅਤੇ ਇਹ ਵੀ ਪਿਆਰ ਕਰਕੇ ਰੋਣਾ ਆਊਗਾ। ਮੈਂ ਤਾਂ ਹੈਰਾਨ ਹੈ ਵੀ ਜਮਾਂ ਹੀ ਖਾਲੀ ਹੱਥ ਸੀ ਅਸੀਂ, ਅਤੇ ਕਿਵੇਂ ਪਰਮਾਤਮਾ ਸਾਰਾ ਪ੍ਰਬੰਧ ਕਰਦਾ ਸਾਨੂੰ ਨਹੀਂ ਸਮਝ ਆ ਰਹੀ। ਜੋ ਮਾਹੌਲ ਤਾਂ ਇੱਥੇ ਲੱਗ ਹੀ ਨਹੀਂ ਰਿਹਾ ਇਹ ਵੀ ਕਿਵੇਂ ਆਈ, ਕੀ ਇੰਨੀ ਸ਼ਾਂਤੀ, ਇੰਨੀ ਸਫਾਈ, ਕੀ ਕਾਰਨ ਹੈ ਇਹ? ਦੇਖੋ, ਧਰਨਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੰਦਗੀ ਫੈਲਾਉਣੀ ਹੈ। ਧਰਨਿਆਂ ਦਾ ਮਤਲਬ ਇਹ ਹੁੰਦਾ ਗੰਦਗੀ ਹਟਾਉਣੀ ਹੈ। ਅਤੇ ਜੇ ਅਸੀਂ ਹਟਾਉਣ ਜਾ ਰਹੇ ਹਾਂ ਅਤੇ ਅਸੀਂ ਗੰਦਗੀ ਉੱਥੇ ਪਾ ਕੇ ਆ ਰਹੇ ਹਾਂ, ਅਤੇ ਫਿਰ ਅਸੀਂ ਹਟਾਉਣ ਦੇ ਦਾਅਵੇ ਕਿਉਂ ਕਰਦੇ ਹਾਂ? 2 ਚੀਜ਼ਾਂ ਸਮਝਣ ਵਾਲੀ ਲੋੜ ਹੈ। ਅਸੀਂ ਕਿਸੇ ਸ਼ਹਿਰ ਨੂੰ ਤੰਗੀ ਦੇਣ ਜਾ ਰਹੇ ਹਾਂ ਤਾਂ ਉੱਥੇ ਇੱਕ ਕੰਮ ਤੰਗੀ ਤਾਂ ਹੁੰਦੀ ਹੈ ਨਾ, ਜਦੋਂ ਇਕੱਠ ਹੋ ਜਾਂਦਾ ਉੱਥੇ ਮਾਹੌਲ ਬੱਚਿਆਂ ਨੇ ਵੀ ਜਾਣਾ ਹੁੰਦਾ, ਹੋਰ ਸਾਰਾ ਹੁੰਦਾ, ਤੰਗੀਆਂ ਤਾਂ ਹੁੰਦੀਆਂ ਜਦੋਂ
ਕਿਤੇ ਹਜੂਮ ਇਕੱਠਾ ਹੋ ਜਾਂਦਾ। ਪਰ ਹਜੂਮ ਤੋਂ ਜੇ ਬਿਨਾਂ ਵੀ ਆਵਾਜ਼ ਉਨੀ ਚਲੀ ਜਾਵੇ ਆਪਣੀ, ਉਹ ਵਧੀਆ ਕਿ ਰੌਲਾ ਪਾ ਕੇ। ਹੁਣ ਕੱਲ੍ਹ ਮੈਂ ਜਦੋਂ ਮੇਰੇ ਵੀਰਾਂ ਨੂੰ ਕਿਹਾ ਕਿ ਆਪਾਂ 10-10 ਹੀ ਰਹਾਂਗੇ ਤੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚ ਗਈ, ਹੁਣ ਇਸ ਤੋਂ ਬਾਅਦ ਤਾਂ ਇੰਤਜ਼ਾਰ ਹੈ। ਉੱਥੇ ਜੇ 110 ਵੀ ਉਹਨਾਂ ਅਸਰ ਦਿਖਾਉਣ ਤੇ ਹਜ਼ਾਰਾਂ ਦੇ ਵੀ, ਤੇ ਫਿਰ ਆਪਾਂ ਉੱਥੇ 110 ਰੱਖੀਏ ਕਿ ਹਜ਼ਾਰਾਂ ਬੰਦੇ ਨੂੰ ਰੱਖੀਏ। ਮੇਰਾ ਗੁੱਸੇ ਵੀ ਹੋਈ ਗਿਆ ਵੀ ਪ੍ਰਧਾਨ ਅਸੀਂ ਤੇਰੇ ਕੋਲੇ, ਮੈਂ ਕਿਹਾ ਯਾਰ ਆਪਣਾ ਮਕਸਦ ਇਹ ਨਹੀਂਗਾ ਵੀ ਇੱਥੇ ਮੇਲਾ ਨਹੀਂ, ਆਪਾਂ ਤਕਲੀਫ 'ਚ ਆਏ ਹਾਂ, ਆਪਾਂ ਮੇਲਾ ਨਹੀਂ ਕਰਨਾ। ਇਹ ਜਿਹਨੂੰ ਤਕਲੀਫ ਹੈ ਉਹਨੂੰ ਪਤਾ ਇਸ ਗੱਲ ਦਾ। ਜਦੋਂ ਮੈਨੂੰ ਲੋੜ ਹੋਊਗੀ ਮੈਂ ਤੁਹਾਨੂੰ ਹਜ਼ਾਰਾਂ ਦੀ ਗਿਣਤੀ 'ਚ ਵੀ ਬੁਲਾ ਲੂੰਗਾ। ਤੁਸੀਂ ਕੀ ਕਰਦੇ ਹੋ, ਗੁੰਮਰਾਹ ਹੋ ਜਾਂਦੇ ਹੋ। ਤੁਹਾਨੂੰ ਹੁੰਦਾ ਵੀ ਜੋ ਸਾਨੂੰ ਸਾਹਮਣੇ ਵਾਲੇ ਨੇ ਕਹਿਤਾ ਤੇ ਉਹ ਜਿੰਦਾਬਾਦ ਮੁਰਦਾਬਾਦ ਹੋਊਗੀ। ਹਰੇਕ ਚੀਜ਼ ਐ ਨਹੀਂ ਹੁੰਦੀ। ਜਦੋਂ ਅਸੀਂ ਪਬਲਿਕ ਨੂੰ ਮਿਸਯੂਜ਼ ਕਰਨ ਲੱਗ ਜਾਂਦੇ ਹਾਂ, ਉਦੋਂ ਅਸੀਂ ਆਪਦੀ ਲੀਡਰੀ ਕਰਨ ਲੱਗ ਜਾਂਦੇ ਹਾਂ, ਸੇਵਾ ਤੋਂ ਅਸੀਂ ਹਟ ਜਾਂਦੇ ਹਾਂ। ਦੋਨਾਂ ਚੀਜ਼ਾਂ 'ਚ ਫਰਕ ਹੈ। ਜੇ ਲੀਡਰ ਬਣਨਾ ਹੋਵੇ ਫਿਰ ਉਹ ਤੰਬੂ ਲਾਈ ਰੱਖੋ, ਇਹ ਭੋਲੇ ਲੋਕਾਂ ਨੂੰ ਗੁੰਮਰਾਹ ਕਰੀ ਰੱਖੋ, ਬਿਠਾਈ ਰੱਖੋ। ਰਿਜ਼ਲਟ 10,000 ਨਾਲ ਵੀ ਉਨਾ ਆਉਣਾ, ਰਿਜ਼ਲਟ ਜਿਹੜੇ 10-10 ਬੰਦੇ ਕਿਹਾ ਉਹਨਾਂ ਨਾਲ ਵੀ ਸੇਮ ਆਉਣਾ। ਤੇ ਸਾਡਾ ਜਿਹੜਾ ਡਿਸੀਜਨ ਹੈ ਸਹੀ ਹੈ। ਹੁਣ ਅਸੀਂ ਕੀ ਚਾਹੁੰਦੇ ਹਾਂ, ਇੱਥੇ ਸਾਡਾ ਜਿਹੜਾ ਅੰਦੋਲਨ ਉਹ ਤਾਂ ਚੱਲ ਹੀ ਰਿਹਾ। ਅਸੀਂ ਇਹ ਚਾਹੁੰਦੇ ਹਾਂ ਕਿ ਜਦੋਂ ਇੱਥੋਂ ਅਸੀਂ ਜਾਈਏ, ਜਿਹੜੇ ਕਿਸਾਨ ਮੇਰੇ ਆਏ ਆ, ਇੱਕ ਇਹੋ ਜਿਹੀ ਮਿਸਾਲ ਪੈਦਾ ਕਰ ਦੇਣ ਪਟਿਆਲੇ 'ਚ ਕਿ ਜਦੋਂ ਇੱਥੋਂ ਜਾਈਏ ਤੇ ਸਾਰੇ ਸਾਨੂੰ ਮਿਲਣ ਆਉਣ। ਇੱਕ ਵਾਰ ਜੋ 30 ਤਰੀਕ ਨੂੰ ਜੋ ਮੀਟਿੰਗ ਰੱਖੀ ਗਈ ਹੈ ਕਿਸਾਨਾਂ ਦੀ, ਜੋ ਵਿਜੇਂਦਰ ਸਿੰਗਲਾ ਜੀ ਹੈਗੇ ਨੇ ਚੇਅਰਮੈਨ ਕਮੇਟੀ ਦੇ, ਕੀ ਲੱਗਦਾ ਤੁਹਾਨੂੰ ਸਰਕਾਰ ਤੁਹਾਡੀਆਂ ਮੰਗਾਂ ਮੰਨ ਲਵੇਗੀ? ਇਹ ਮੀਟਿੰਗਾਂ ਹੁੰਦੀਆਂ ਸਮੋਸੇ ਤੇ ਚਾਹਾਂ ਵਾਲੀਆਂ, ਪਹਿਲਾਂ ਵੀ ਦੇਖ ਲੀਆਂ ਤੇ ਹੁਣ ਵੀ ਦੇਖ ਲੀਆਂ। ਜਿੰਨੀ ਦੇਰ ਸਰਕਾਰ ਦੀ ਨੀਤ ਸਹੀ ਨਹੀਂ, ਮਨਸ਼ਾ ਸਹੀ ਨਹੀਂ, ਉਨੀ ਦੇਰ ਤੱਕ ਆਪਾਂ ਇਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। ਸਾਡਾ ਤਾਂ ਕੰਮ ਹੀ ਬਹੁਤ ਸੌਖਾ ਹੈ। ਇੱਕ ਬਿਆਨ ਹੀ ਦੇ ਦੇਣ ਟੈਲੀਵਿਜ਼ਨ 'ਚ, ਚਲੋ ਇਹਦੀ ਗੱਲ ਕਰ ਲਓ। ਇੱਕ ਬਿਆਨ ਹੀ ਦੇ ਦੇਣ ਟੈਲੀਵਿਜ਼ਨ 'ਤੇ, ਰੋਜ਼ ਆਉਂਦੇ ਆ, ਇੰਨਾ ਹੀ ਕਹਿ ਦੇਣ ਕਿ ਜਿੰਨੀ ਦੇਰ ਦਿੱਲੀ ਵਾਲੇ ਮਸਲੇ ਹੱਲ ਨਹੀਂ ਹੁੰਦੇ, ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਤੇ ਉਨੀ ਦੇਰ ਕਿਸਾਨ ਮੇਰੇ ਤੇ ਯਕੀਨ ਕਰਨ। ਆਹੀ ਕੌਣ ਹੈ? ਕੈਪਟਨ ਤੇ ਕਹਿ ਰਿਹਾ ਮੇਰੇ ਤੇ ਨਾ ਪਰ ਕਿਤੇ ਮੇਰੇ ਵੱਲ ਕਰ ਦਿਓ, ਮੈਂ ਤਾਂ ਜਿਹੜਾ ਕਹੂੰ ਉਹੀ ਕਰੂੰਗਾ। ਕੈਪਟਨ ਸਾਹਿਬ ਕਹਿ ਦੇਣ ਵੀ ਮੇਰੇ ਤੇ ਯਕੀਨ ਕਰੋ, ਵੀ ਉਹਨਾਂ ਚਿਰ ਬੇਫਿਕਰ ਹੋ ਕੇ ਤੁਸੀਂ ਰਹੋ, ਕੋਈ ਤੁਹਾਡਾ ਅਵਾਰਡ ਨਹੀਂ ਹੁੰਦਾ, ਕੋਈ ਇਹ ਕਾਰਵਾਈ ਨਹੀਂ ਹੁੰਦੀ, ਮੇਰੇ ਤੇ ਤਸੱਲੀ ਕਰੋ, ਮੈਂ ਕੋਈ ਸੈਂਟਰ ਨੂੰ ਪ੍ਰੋਜੈਕਟ ਨਹੀਂ ਦਿੰਦਾ। ਇੰਨਾ ਹੀ ਕਹਾ ਦਿਓ ਤੇ ਅਸੀਂ ਫਤਿਹ ਬੁਲਾ ਕੇ ਚਲੇ ਜਾਵਾਂਗੇ। 30 ਨੂੰ ਕੋਈ ਫੈਸਲਾ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਕੋਈ ਐਕਸ਼ਨ ਪਲਾਨ ਤੁਹਾਡਾ? ਨਹੀਂ, ਅਸੀਂ ਤਾਂ ਬੈਠਣਾ ਹੀ ਹੈ, ਸਾਨੂੰ ਹੁਣ ਕੋਈ ਤਕਲੀਫ ਨਹੀਂ ਇੱਥੇ। ਮੈਂ ਤਾਂ ਦੱਸ ਰਿਹਾ ਕਿ ਕੰਡਿਆਂ ਦੇ ਫੁੱਲ ਤਾਂ ਬਣ ਗਏ ਤੇ ਅਸੀਂ ਕੀ ਕਰਨਾ, ਅਸੀਂ ਤਾਂ ਸਫਾਈ ਕਰਨੀ ਹੈ ਤੇ ਇੱਥੇ ਕਰੀ ਜਾਵਾਂਗੇ। ਕੋਈ ਅਸੀਂ ਕਲਾਸ ਸ਼ੁਰੂ ਕਰਤੀ ਹੁਣ 3 ਤੋਂ 4 ਵਜੇ ਤੱਕ, ਵੀ ਭਾਈ 3 ਤੋਂ 4 ਵਜੇ ਤੱਕ ਕਲਾਸ ਲਾਇਆ ਕਰਾਂਗੇ, ਬਾਕੀ ਸਾਰੇ ਜਿਵੇਂ ਟਰਾਲੀਆਂ 'ਚ ਬੈਠੇ ਰਹੋ। ਉਹਦੇ 'ਚ ਆਪਾਂ ਕੋਈ ਇਹੋ ਜਿਹੀ ਚੀਜ਼ ਲੱਭ ਕੇ ਲਿਆਇਆ ਕਰਾਂਗੇ, ਕੋਈ ਨਵਾਂ ਰਸਤਾ ਕਿ ਸਾਰਾ ਪੰਜਾਬ ਹੀ ਪਟੜੀ ਤੇ ਚੜ੍ਹ ਜੇ। ਕੋਸ਼ਿਸ਼ ਕਰਾਂਗੇ, ਜੇ ਗੁਰੂ ਮਹਾਰਾਜ ਦੀ ਕਿਰਪਾ ਹੋਗੀ ਕਿ ਉਹ ਆਪੇ ਹੀ ਰਾਹ ਦਿਖਾਉਣਗੇ ਕਿ ਪੰਜਾਬ ਪਟੜੀ ਤੇ ਚੜ੍ਹ ਜੇ। ਜਿਹੜਾ ਆਪਾਂ ਇੱਕ ਗੱਲ ਕਰਦੇ ਹੁੰਦੇ ਆ ਵੀ ਇਹ ਗੰਦਗੀ ਹਟਾਉਣੀ ਹੈ, ਉਹਦੀ ਮੁਹਿੰਮ 'ਚ ਅਸੀਂ ਕਾਮਯਾਬ ਹਾਂ ਕਿ ਸਾਡਾ ਚਾਹੇ ਕੋਈ ਬਜ਼ੁਰਗ ਹੈ, ਚਾਹੇ ਬੱਚਾ ਹੈ, ਚਾਹੇ ਪ੍ਰਧਾਨ ਹੈ, ਚਾਹੇ ਕੋਈ ਵੀ ਹੈ, ਉਹ ਇੱਥੇ ਗੰਦਗੀ ਨਹੀਂ ਪੈਣ ਦੇਊਗਾ, ਕੱਲੀ ਕੱਲੀ ਚੀਜ਼ ਚੱਕੂਗਾ। ਇੱਥੋਂ ਲੱਗਦਾ ਵੀ ਇਹ ਸ਼ਾਇਦ ਇਹ ਜਿਹੜੀ ਚੰਗਾੜੀ ਹੈ ਬੜੀ ਦੂਰ ਜਾਊਗੀ। ਕਿਸਾਨਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ 30 ਤੋਂ ਬਾਅਦ ਜਾਂ 110 ਹੀ ਰਹਿਣਗੇ ਜੀ? ਕੱਲ੍ਹ ਦਾ ਨਹੀਂ ਪਤਾ, ਕੋਈ ਆਪਾਂ ਇਹੋ ਜਿਹੀ ਜ਼ਬਾਨ ਕਿਉਂ ਕਰੀਏ। ਕੱਲ੍ਹ ਦਾ ਪਤਾ ਕਿਸੇ ਨੂੰ ਨਹੀਂ ਪਤਾ ਨਾ। ਆਪਣੇ ਮਸਲੇ ਦੇ ਵਿੱਚ ਆਪਾਂ ਜਿਹੜੀ ਆਪਾਂ ਨੂੰ ਤਰੀਕ ਮਿਲ ਗਈ ਉਹਦੇ ਤੇ ਦੇਖਾਂਗੇ ਵੀ ਇੰਨਾ ਤਾਂ ਹੁਣ ਹਿਸਾਬ ਆ ਗਿਆ ਵੀ ਸਾਹਮਣੇ ਵਾਲਾ ਚਾਹੁੰਦਾ ਕਿ ਇਹ ਨਬਜ਼ ਫੜ ਕੇ ਪਤਾ ਲੱਗ ਜਾਂਦਾ, ਤੇ ਜੇ ਇਹ ਨਾ ਪਤਾ ਲੱਗੇ ਫਿਰ ਆਪਾਂ ਕਦੇ ਪ੍ਰਧਾਨ ਹੈ ਐਕਸਰੇ ਤਾਂ ਕਰਾਂਗੇ। ਜੇ ਉਹਦੀ ਨੀਤ ਤੇ ਉਹਦੀ ਮਨਸ਼ਾ ਸਹੀ ਹੋਈ ਪਤਾ ਲੱਗ ਜੂਗਾ, ਜੇ ਉਹਦੇ 'ਚ ਖੋਟ ਹੋਈ ਫਿਰ ਆਪਾਂ ਉਹੋ ਜਿਹਾ ਐਕਸ਼ਨ ਪਲਾਨ ਕਰਾਂਗੇ। ਪਰ ਜਿਹੜਾ ਮੈਂ ਬਾਰ-ਬਾਰ ਤੁਹਾਨੂੰ ਦੱਸਦਾ, ਜਿਹੜਾ ਉਹ ਚੌਂਕ 'ਤੇ ਬੈਰੀਗੇਡ ਲੱਗੇ ਹੋਏ ਆ, ਉਹ ਉਦੋਂ ਤੱਕ ਸਾਡਾ ਕੋਈ ਕਿਸਾਨ ਉੱਧਰ ਨਹੀਂ ਜਾਊਗਾ, ਕੋਈ ਕਿਸਾਨ ਛੇੜੂਗਾ ਨਹੀਂ, ਕੋਈ ਸਾਡੀ ਕਿਸੇ ਨਾਲ ਲੜਾਈ ਨਹੀਂ, ਕੋਈ ਝਗੜਾ ਨਹੀਂ। ਅਸੀਂ ਬੈਠੇ ਹਾਂ, ਸਾਡਾ ਅੰਦੋਲਨ ਚੱਲ ਰਿਹਾ। ਜੇ ਕਿਸੇ ਜਗ੍ਹਾ ਦਾ ਇਹਨਾਂ ਨੇ ਧੋਖੇ ਨਾਲ ਅਵਾਰਡ ਕਰਤਾ, ਧੋਖੇ ਤੇ ਨਹੀਂ ਹੁਣ ਮਾਫੀ ਹੈਗੀ, ਫਿਰ ਤਾਂ ਬਿਲਕੁਲ ਹੀ ਧੋਖਾ ਹੋ ਗਿਆ ਨਾ। ਪਤਾ ਵੀ ਸਾਰੇ ਕਿਸਾਨ ਇੱਥੇ ਬੈਠੇ ਆ ਤੇ ਇਹਨਾਂ ਨੂੰ ਪਤਾ ਵੀ ਜੇ ਅਸੀਂ ਅਵਾਰਡ ਕਰ ਦਾਂਗੇ ਇਹਨਾਂ ਨੂੰ ਲੱਗੂਗਾ ਕਿ ਉੱਧਰ ਮੁੜਾਂਗੇ, ਉੱਧਰ ਨਹੀਂ ਮੁੜਨਾ। ਫਿਰ ਜਿਹੜੀ ਪਲਾਨ ਉਹ ਸੇਮ ਹੀ ਆ, ਇਕੱਲੇ ਵਾਲੀ। ਜੋ ਕਿਸਾਨ ਤੁਹਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕੋਈ ਖਾਸ ਅਪੀਲ ਜੀ? ਅਪੀਲ ਉਸ ਗੁਰੂ ਮਹਾਰਾਜ 'ਤੇ ਯਕੀਨ ਰੱਖਿਓ, ਪਰਮਾਤਮਾ 'ਤੇ ਯਕੀਨ ਰੱਖਿਓ।
ਆਪਾਂ ਬਹੁਤ ਛੋਟੇ ਨਿਮਾਣੇ ਜਿਹੇ ਉਹਦੇ ਕੀੜੀਆਂ, ਜੇ ਉਹ ਨਾ ਹੁੰਦਾ ਅੱਜ ਹੀ ਦੇਖਿਆ ਇੱਥੇ ਕੁੜੀਆਂ ਵਿਚਾਰੀਆਂ ਕੁੱਟੀਆਂ, ਈਟੀਟੀ ਵਾਲੀਆਂ, ਮੁੰਡੇ ਕੁੱਟੇ। ਤੇ ਮੈਂ ਫਿਰ ਉਹੀ ਗੱਲ ਕਹੂੰਗਾ, ਉਹ ਬੇਟੀਆਂ ਦੇ ਕੁੱਟ ਨਹੀਂ ਪੈਣੀ ਚਾਹੀਦੀ ਸੀ। ਕਾਰਨ ਕੀ ਹੈ, ਮੈਂ ਕਿਉਂ ਕਹਿ ਰਿਹਾ ਇਹ ਗੱਲ ਬੇਟੀਆਂ ਦੇ ਕੁੱਟ ਨਹੀਂ ਪੈਣੀ ਚਾਹੀਦੀ ਸੀ? ਮੈਨੂੰ ਨਹੀਂ ਲੱਗਦਾ ਘੱਟੋ ਘੱਟ ਉਹ 300-400 ਜਣੇ ਹੋਣਗੇ ਜਿਹੜੇ ਮੁੰਡੇ ਭੱਜਦੇ ਦੇਖੇ ਆ। ਮੈਨੂੰ ਬੜੀ ਸ਼ਰਮ ਮਹਿਸੂਸ ਹੋਈ ਉਸ ਵੇਲੇ, ਯਾਰ ਕਿਉਂ ਭੱਜ ਲਏ ਤੁਸੀਂ? ਜੇ ਤੁਸੀਂ ਮੁਰਦਾਬਾਦ ਜਿੰਦਾਬਾਦ ਕਰਦੇ ਜਾ ਰਹੇ ਸੀ ਉਸ ਵੇਲੇ ਤਾਂ ਉਹ ਕੁੜੀਆਂ ਨੂੰ ਬਚਾਉਣ ਦਾ ਸਾਡਾ ਫਰਜ਼ ਬਣਦਾ ਸੀ। ਕੁੱਟਣ ਵਾਲਿਆਂ ਤਾਂ ਨਹੀਂ ਕਸਰ ਛੱਡੀ, ਪਰ ਬਚਾਉਣ ਦਾ ਫਰਜ਼ ਤਾਂ ਸਾਡਾ ਸੀ ਨਾ। ਪਹਿਲਾਂ ਕੁੱਟ ਸਾਡੇ ਪੈਣੀ ਚਾਹੀਦੀ ਸੀ, ਤਾਂ ਉੱਥੇ ਘਾਟ ਰਹਿ ਜਾਂਦੀ ਹੈ। ਇੱਕ ਮੈਨੂੰ ਬੜਾ ਅੱਜ ਦੁਖਾਂਤ, ਕਿਉਂਕਿ ਬੱਚੇ ਸਾਡੇ ਕੋਲ ਚਾਹ ਪੀ ਕੇ ਗਏ ਆ, ਬੈਠ ਕੇ ਗਏ, ਅਸੀਂ ਉਹਨਾਂ ਨੂੰ ਟਰਾਲੀ 'ਚ ਦੁੱਖ ਨਿਵਾਰਨ ਸਾਹਿਬ ਛੱਡ ਕੇ ਆਏ ਹਾਂ। ਸੁਣੀ ਹੈ ਗੱਲ ਮੈਂ ਉਹਨਾਂ ਦੀ ਸਾਰੀ, ਅਤੇ ਉਹਨਾਂ ਨੇ ਦੱਸਿਆ, ਕਹਿੰਦੇ ਜੀ ਅਸੀਂ ਟੈਂਕੀ 'ਤੇ ਚੜ੍ਹ ਗਏ, 3 ਬੰਦੇ ਟੈਂਕੀ 'ਤੇ ਤੇਲ ਦਾ। ਮੈਂ ਕਿਹਾ ਯਾਰ ਮੈਨੂੰ ਤਾਂ ਇਹ ਲੜਾਈ ਪਸੰਦ ਨਹੀਂ, ਇਹ ਲੜਾਈ ਨਹੀਂ, ਇਹ ਭੇਡ ਚਾਲ ਹੈ। ਕੀ ਕਰ ਲਿਆ ਟੈਂਕੀ 'ਤੇ ਚੜ੍ਹ ਕੇ? ਕਿੰਨੇ ਕੁ ਸ਼ਹੀਦੀਆਂ ਦੇ ਗਏ? ਕੰਮ ਉਹ ਕਰੋ ਜੋ ਕਰ ਸਕਦੇ ਹੋ, ਐਵੇਂ ਨਹੀਂ ਡਰਾਮੇ ਕਰਨੇ। ਡਰਾਮਿਆਂ ਨਾਲ ਸਾਡੇ ਕੱਦ ਛੋਟੇ ਹੁੰਦੇ ਆ। ਹੁਣ ਜਿਹੜਾ ਮੈਂ ਤੁਹਾਨੂੰ ਐਕਸ਼ਨ ਪਲਾਨ ਦੱਸਿਆ ਵੀ ਜੇ ਅਵਾਰਡ ਹੋ ਗਿਆ, ਉਹ ਸਾਰੀ ਦੁਨੀਆ, ਸਾਰਾ ਮੁਲਕ ਦੇਖਣਗੇ। ਅਤੇ ਜੇ ਉੱਥੇ ਮੈਂ ਕਿਤੇ ਉਸ ਗੱਲ ਤੋਂ ਮੁੱਕਰ ਗਿਆ ਅਤੇ ਸਾਡਾ ਜਿਹੜਾ ਡਰ ਚੱਕਿਆ ਜਾਊ, ਬੇਜ਼ਬਾਨੇ ਹੋ ਜਾਵਾਂਗੇ। ਮੈਂ ਗੱਲ ਕਰੂੰਗਾ, ਕਈ ਵਾਰੀ ਕਿਸੇ ਨੂੰ ਨਹੀਂ ਚੰਗੀ ਲੱਗਦੀ। ਜਿੰਨਾ ਚਿਰ ਤੁਸੀਂ ਸੱਚੀ ਲੜਾਈ 'ਚ ਲੜੋਗੇ, ਜਿਵੇਂ ਕੱਲ੍ਹ ਮੈਂ ਇੱਕ ਗੱਲ ਕਹੀ, ਕਿਸੇ ਨੇ ਦੇਖੀ ਪਤਾ ਨਹੀਂ ਦੇਖੀ। ਮੈਂ ਕਿਹਾ ਸੀ ਸਟੇਜ ਕਿੰਨੇ ਵਜੇ ਸ਼ੁਰੂ ਹੋਊਗੀ? 12 ਵਜੇ। ਸਾਰੇ ਬੈਠੇ ਹੋ, ਤੁਸੀਂ ਗਵਾਹ ਹੋ ਜਿਹੜੇ ਇੱਥੇ ਸੀਗੇ। ਮੈਂ 12 ਵਜੇ ਸਟੇਜ ਸ਼ੁਰੂ ਕਰਾਈ ਸੀ, ਅੱਧਾ ਘੰਟਾ ਸਿਮਰਨ ਹੋਇਆ, ਕਿਉਂਕਿ ਅਸੀਂ ਉੱਥੇ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਉਹਦਾ ਨਾਂ ਲਿਆ ਗਿਆ। ਔਰ ਮੈਂ 5 ਵਜੇ ਸਮਾਪਤੀ ਕਹੀ ਸੀ, ਅਤੇ ਤੁਸੀਂ ਘੜੀਆਂ ਦੇਖ ਲੈਂਦੇ ਜੇ ਕਿਸੇ ਦਾ ਧਿਆਨ ਗਿਆ ਹੋਵੇ, 1 ਮਿੰਟ ਵੀ ਉੱਤੇ ਨਹੀਂ ਹੋਣ ਦਿੱਤਾ। ਉੱਥੇ ਇੱਕ ਪ੍ਰੋਟੋਕੋਲ ਬਣਿਆ ਜਿਹਦੇ 'ਚ ਇਹੀ ਗੱਲ ਕਹੀ ਹੈ, ਚਾਹੇ ਪ੍ਰਧਾਨ ਵੀ ਰਹਿ ਜੇ, ਚਾਹੇ ਜਿਹੜਾ ਮਰਜ਼ੀ ਬੰਦਾ ਰਹਿ ਜੇ, ਜੇ ਸਮੇਂ ਦੀ ਕਦਰ ਨਹੀਂ ਕਰਨੀ ਤੁਸੀਂ ਫੇਲ ਹੋ। ਮੈਂ ਜ਼ਿਕਰ ਕੀਤਾ ਸੀ ਉੱਥੇ, ਜੇ ਮੈਂ ਵੀ ਰਹਿ ਗਿਆ ਉਸ ਵੇਲੇ ਤਾਂ ਮੈਥੋਂ ਮਾਈਕ ਫੜ ਲੇ। ਜਿਹੜਾ ਸਟੇਜ ਸੈਕਟਰੀ ਹੈ ਉਹਦੀ ਪਾਵਰ ਸਭ ਤੋਂ ਵੱਡੀ ਹੈ ਉਸ ਵੇਲੇ, ਉਹ ਜ਼ਿੰਮੇਵਾਰ ਬੰਦਾ। ਅਤੇ ਪਰ ਜਿਹੜਾ ਥੱਲਿਓਂ ਇੱਕ ਵਾਰੀ ਚੀਜ਼ ਤੈਅ ਹੋ ਗਈ, ਉਹ ਤੋਂ ਸਾਨੂੰ ਖੱਬੇ ਸੱਜੇ ਨਹੀਂ ਹੋਣਾ ਚਾਹੀਦਾ। ਜਿਹੜਾ ਸਮਾਂ ਹੈ, ਸਮੇਂ ਦੀ ਕਦਰ ਪਹਿਲਾਂ, ਉਸ ਤੋਂ ਬਾਅਦ ਜਿਹੜੀ ਆਪਾਂ ਸਫਾਈ ਦੀ ਗੱਲ ਕਰਦੇ ਹਾਂ, ਸਫਾਈ ਇੱਕ ਇਕੱਲੀ ਇਹ ਨਹੀਂ ਹੁੰਦੀ ਵੀ ਆਪਾਂ ਸੜਕਾਂ ਸਾਫ਼ ਕਰਤੀਆਂ। ਸਾਡੀ ਕੋਸ਼ਿਸ਼ ਹੈ ਕੱਲ੍ਹ ਤੱਕ ਇੱਥੇ ਇੱਕ ਅਸੀਂ ਨਵਾਂ ਮਾਹੌਲ ਦਿਖਾਵਾਂਗੇ। ਕੋਸ਼ਿਸ਼ ਹੈ, ਦਿਮਾਗ ਦੇ ਵਿੱਚ ਚੱਲ ਰਿਹਾ। ਅਤੇ ਮੈਨੂੰ ਐਂ ਲੱਗਦਾ ਜਿਹੜੇ ਸਾਡੇ ਵੀਰ ਸੇਵਾ ਕਰਦੇ ਆ ਉਹਨਾਂ ਨੂੰ ਟੈਨਸ਼ਨ ਪੈ ਜਾਂਦੀ ਆ, ਪਤਾ ਨਹੀਂ ਬਾਈ ਕਿਹੜੀ ਗੱਲ ਕੱਢ ਕੇ ਮੂਹਰੇ ਧਰ ਦੂਗਾ। ਅੱਜ ਜਿਹੜਾ ਮੇਰਾ ਵਰਕਆਊਟ ਚੱਲ ਰਿਹਾ, ਜਿਹੜਾ ਮੇਰਾ ਧਿਆਨ ਹੈ ਕਿ ਜਿਹੜਾ ਇੱਥੋਂ ਬੰਦਾ ਨਿਕਲੇ ਉਹਨੂੰ ਐਂ ਨਾ ਸਮਝ ਆਵੇ ਵੀ ਉਹੀ ਸੜਕ ਹੈ, ਪਰ ਇੱਕ ਦਿਨ 'ਚ ਬੜਾ ਔਖਾ ਹੈ। ਪਰ ਸੁਪਨਾ ਮੇਰਾ ਪੂਰਾ ਜ਼ਰੂਰ ਹੋਊਗਾ। ਜੇ ਤੈਅ ਕਰ ਲਿਆ ਤਾਂ ਕਰ ਲਿਆ। ਉਹ ਮੈਂ ਉਹੀ ਫਿਰ ਬੇਟੀ ਦੀ ਗੱਲ ਕਰੂੰਗਾ, ਉਹ ਤੋਂ ਮੈਂ ਸਿੱਖਿਆ, ਜਿਹੜੀ ਬੰਦ ਦੇ ਵਿੱਚ ਜਨਰੇਟਰ ਲਿਆ ਸਕਦੀ ਹੈ 9:30 ਵਜੇ, ਸਮਝਣੀ ਪੈਣੀ ਹੈ ਹਰੇਕ ਗੱਲ ਸਾਨੂੰ। ਇਹ ਸਾਰੀਆਂ ਚੀਜ਼ਾਂ ਕਿਤਾਬਾਂ 'ਚ ਨਹੀਂ ਹੁੰਦੀਆਂ, ਕੁਛ ਸਾਡੀਆਂ ਪ੍ਰੈਕਟੀਕਲ ਜ਼ਿੰਦਗੀ 'ਚੋਂ ਅਸੀਂ ਸਿੱਖਣੀਆਂ। ਅਤੇ ਜੋ ਲਿਆ ਸਕਦੀ ਹੈ, ਅਤੇ ਇਹ ਸੁਪਨਾ ਹੈ, ਅਤੇ ਤੁਸੀਂ ਕੱਲ੍ਹ ਨੂੰ ਹੀ ਦੇਖੋਗੇ, ਅੱਜ ਨਹੀਂ ਮੈਂ ਦੱਸ ਸਕਦਾ। ਬਹੁਤ ਬਹੁਤ ਧੰਨਵਾਦ। ਤੁਸੀਂ ਕੈਮਰੇ ਦੇ ਨਾਲ ਇੱਕ ਦੇਖਿਓ ਸਾਡੀਆਂ ਟਰਾਲੀਆਂ ਕਿਵੇਂ ਖੜੀਆਂ, ਪਹਿਲਾਂ ਨਿਗਾਹ ਮਾਰਿਓ। ਅਤੇ ਗਲਤ ਵੀ ਖੜੀ ਆ, ਮੈਂ 1-2 ਮੇਰੇ ਨਿਗਾਹ 'ਚ ਹੈ, ਉਹ ਵੀ ਮੈਂ ਧਿਆਨ ਨਾਲ ਕਰਾਊਂਗਾ। ਪਰ ਸਾਡੇ ਵੀਰਾਂ ਨੇ ਕੋਸ਼ਿਸ਼ ਬਹੁਤ ਕੀਤੀ ਹੈ ਵੀ ਲਾਈਨ 'ਚ ਲਾ ਦਈਏ, ਕਿਉਂਕਿ ਸਵੇਰੇ ਕਿਹਾ ਸੀ ਵੀ ਸਿੱਧੀ ਲਾਈਨ 'ਚ ਕਰ ਦਿਓ। ਫਿਰ ਮੈਨੂੰ ਥੋੜ੍ਹਾ ਜਿਹਾ ਡਾਕਟਰ ਦੇ ਜਾਣਾ ਪੈ ਗਿਆ, 10 ਕੁ ਮਿੰਟ ਲੱਗ ਗਏ। ਇਹਨਾਂ ਨੇ ਕਰਤੀਆਂ, ਪਰ ਮੈਨੂੰ ਹਜੇ ਵੀ ਥੋੜ੍ਹੀਆਂ ਜਿਹੀਆਂ ਅੱਗੇ ਪਿੱਛੇ ਲੱਗਦੀਆਂ, ਅਤੇ ਉਹ ਕਰਾਉਣੀਆਂ। ਜਦੋਂ ਕੋਈ ਚੀਜ਼ ਗਲਤ ਹੈ ਅਤੇ ਨਾਲ ਦੀ ਨਾਲ ਦਰੁਸਤ ਕਰ ਦੋਗੇ, ਅਤੇ ਫਿਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਸਾਰਾ ਇੱਥੇ ਹੀ ਬਣ ਜਾਣਾ। ਫਿਰ ਤਾਂ ਕਿਤੇ ਜਾਣ ਦੀ ਲੋੜ ਹੀ ਨਹੀਂ। ਕਿਉਂ ਸਾਡੇ ਬੱਚੇ ਧੱਕੇ ਖਾਂਦੇ ਫਿਰਨਗੇ? ਰੁਜ਼ਗਾਰ ਹੀ ਰਹਿ ਗਿਆ, ਵੱਡੀ ਗੱਲ ਹੈ। ਰੁਜ਼ਗਾਰ ਵੀ ਫਿਰ ਉਹੋ ਜਿਹੇ ਕਰ ਲਾਂਗੇ ਜੇ ਨੀਤ ਸਿੱਧੀ ਹੈ। ਅਤੇ ਜੇ ਅਸੀਂ ਲੋਕਾਂ ਨੂੰ ਗਲੀਆਂ ਨਾਲੀਆਂ 'ਚ ਹੀ ਰੋਲੀ ਜਾਣਾ, ਅਤੇ ਜਿਹੜੇ ਦੇਖੋ ਸਭ ਤੋਂ ਵੱਡਾ ਕੈਮਰਾ ਤੁਹਾਡਾ ਬੜੀ ਦੂਰ ਤੱਕ ਜਾਂਦਾ, ਅਤੇ ਮੈਨੂੰ ਲੱਗਦਾ ਲੋਕ ਦੇਖਦੇ ਵੀ ਬਹੁਤ ਆ, ਸੁਣਦੇ ਵੀ ਆ, ਅਤੇ ਅਮਲ ਵੀ ਕਰਦੇ ਆ। ਮੈਂ ਇੱਥੋਂ ਇੱਕ ਅਪੀਲ ਕਰਨਾ ਚਾਹੂੰਗਾ ਥੱਲੇ ਤੋਂ, ਪਿੰਡਾਂ ਦੇ ਵਿੱਚ, ਕਿਉਂਕਿ ਮੈਂ ਪਿੰਡ ਨਾਲ ਰਿਲੇਟਡ ਹਾਂ। ਸਰਪੰਚ ਹੁੰਦੇ ਆ, ਅਸੀਂ ਸਰਪੰਚ ਚੁਣਦੇ ਹਾਂ। ਉਹ ਕੀ ਤਰੱਕੀ ਕਰਨਗੇ? ਸਰਪੰਚ ਨਹੀਂ ਚੁਣਦੇ, ਅਸੀਂ ਮੰਗਤੇ ਚੁਣ ਦਿੰਦੇ ਹਾਂ। ਉਹਨੇ ਕੀ ਕਰਨਾ ਹੈ? MLA ਸਾਹਿਬ ਗ੍ਰਾਂਟ ਦੇ ਦਿਓ, MLA ਸਾਹਿਬ ਗ੍ਰਾਂਟ ਦੇ ਦਿਓ। ਅਸੀਂ ਜੇ ਇੱਕ ਟੂਰਨਾਮੈਂਟ ਕਰਾਉਣਾ ਹੈ, ਅਸੀਂ ਲੱਖਾਂ ਰੁਪਈਆ ਇਕੱਠਾ ਕਰ ਲੈਂਦੇ ਹਾਂ। ਪਰ ਅੱਜ ਤੱਕ ਕਿਸੇ ਪਿੰਡ ਦੇ ਵਿੱਚ ਇਹ ਸੋਝੀ ਨਹੀਂ ਆਈ ਕਿ ਅਸੀਂ ਆਪਦੇ ਪਿੰਡ ਦਾ
ਕੋਈ ਇਨਕਮ ਸੋਰਸ ਬਣਾ ਦਈਏ। ਉੱਥੇ ਸਾਡੇ ਮਨ 'ਚ ਖੋਟ ਹੈ। ਖੋਟ ਕੀ ਹੈ ਯਾਰ, ਮੈਂ ਤਾਂ 5 ਸਾਲ ਲਈਆਂ, ਕਿਤੇ ਜੇ ਰੁਪਈਏ ਹੋ ਗਏ ਤੇ ਅਗਲੀ ਵਾਰੀ ਕੋਈ ਹੋਰ ਬਣ ਗਿਆ, ਚੱਲ ਫਿਰ ਉਹ ਕਿਹੜਾ ਨੁਕਸਾਨ ਕਰ ਦੂ, ਭਲਾ ਤਾਂ ਉਹ ਵੀ ਕਰੂਗਾ। ਤੁਸੀਂ ਪਿੱਲਰ ਤਾਂ ਖੜਾ ਕਰੋ। ਤੁਸੀਂ ਪਿੱਲਰ ਖੜਾ ਕਰਨ ਤੋਂ ਡਰੀ ਜਾਂਦੇ ਹੋ। ਉੱਥੇ ਤੁਸੀਂ ਕੀ ਕਰਨਾ ਹੈ, ਪਿੰਡ ਦੀ ਇਨਕਮ ਬਣਾਓ। ਤੁਸੀਂ ਇਨਕਮ ਲਈ ਕੋਈ ਪੈਸੇ ਮੰਗੋ, ਤੁਹਾਨੂੰ ਕਿਸੇ ਨੇ ਨਹੀਂ ਦੇਣੇ। ਤੁਸੀਂ ਕਹਿ ਦਿਓ ਮੰਤਰੀਆਂ ਨੂੰ, ਜੀ ਸਾਨੂੰ ਤੁਸੀਂ ਇਕੱਠਾ, ਤੁਸੀਂ ਸਾਡੇ ਪਿੰਡ ਤੇ ਲੱਖਾਂ ਰੁਪਈਆ ਲਾਤਾ ਹੁਣ ਤੱਕ, ਸਾਨੂੰ ਤੁਸੀਂ 20 ਲੱਖ ਰੁਪਇਆ ਦਿਓ, ਅਸੀਂ ਸੜਕਾਂ ਨਹੀਂ ਬਣਾਉਣੀਆਂ। ਸੜਕਾਂ ਅਸੀਂ ਉਸ ਇਨਕਮ ਤੋਂ ਬਣਾਵਾਂਗੇ। ਤੁਹਾਨੂੰ ਮਿਲਦੇ ਨਹੀਂ, ਕਿਉਂਕਿ ਸੋਝੀ ਆ ਗਈ। ਜੇ ਤੁਹਾਡੀ ਆਮਦਨ ਬਣ ਗਈ, ਮੈਨੂੰ ਨਹੀਂ ਲੱਗਦਾ ਜੇ ਉਹ 20 ਲੱਖ ਰੁਪਇਆ ਤੁਸੀਂ ਪਿੰਡ ਦੇ ਵਿੱਚ ਲਾ ਕੇ ਕੋਈ ਚੱਜ ਦਾ ਕੋਈ ਉੱਥੇ ਸਟਰਕਚਰ ਕੋਈ ਵੀ, ਕਿਉਂਕਿ ਪੜ੍ਹੇ ਲਿਖੇ ਬੱਚੇ ਸਾਰੇ ਹੈਗੇ ਆ, ਕੁਛ ਵੀ ਕਰ ਸਕਦੇ ਆ। ਪਰ ਜੇ ਸੋਚ ਕਰ ਲਓ, ਡਿਫਰੈਂਟ ਕਰੋ, ਜੋ ਹੁਣ ਤੱਕ ਹੋ ਗਿਆ ਉਹਦੇ ਰਿਜ਼ਲਟ ਨੈਗੇਟਿਵ ਆ ਰਹੇ ਆ। ਜੋ ਕਰ ਰਹੇ ਆਪਾਂ ਉਹਦਾ ਰਿਜ਼ਲਟ ਕੀ, ਪੰਜਾਬ ਦਾ ਕੱਦ ਉੱਚਾ ਹੋ ਰਿਹਾ, ਥੱਲੇ ਨੂੰ ਜਾ ਰਿਹਾ ਗ੍ਰਾਫ, ਤੇ ਫਿਰ ਰਾਹ ਛੱਡ ਦਿਓ, ਕੋਈ ਨਵਾਂ ਰਾਹ ਅਡੋਪਟ ਕਰੋ। ਜ਼ਰੂਰੀ ਤਾਂ ਨਹੀਂ ਵੀ ਜਦੋਂ ਪਤਾ ਹੈ ਵੀ ਆਪਾਂ ਦਲਦਲ 'ਚ ਹੀ ਜਾਈ ਜਾ ਰਹੇ, ਹੱਥ ਪੈਰ ਮਾਰੀ ਜਾਂਦੇ ਆ ਤੇ ਉਹੀ ਮਾਰੀ ਜਾਣੇ, ਕੁਛ ਨਵਾਂ ਕਰੋ। ਨਵਾਂ ਕੀ ਹੈ, ਉਹ ਤੋਂ ਆਮਦਨ। ਮੈਨੂੰ ਨਹੀਂ ਲੱਗਦਾ ਦਿਨਾਂ ਦੇ ਵਿੱਚ ਤੁਸੀਂ ਗਲੀਆਂ ਆਪਦੀ ਕਮਾਈ ਨਾਲ, ਪਿੰਡ ਦੀ ਨਾਲ ਤੁਸੀਂ ਗਲੀਆਂ ਨਾਲੀਆਂ ਬਣਾ ਲਓਗੇ। ਨਿਕਲ ਜਾਗੇ ਜਿਹੜੇ ਇੰਨੇ ਸਾਲਾਂ 'ਚੋਂ ਨਹੀਂ ਨਿਕਲੇ, ਕਿਉਂਕਿ ਤੁਹਾਡੀ ਆਪਣੀ ਜਿਹੜਾ ਤੁਹਾਡਾ ਪਿੰਡ ਆ ਉਹ ਅਮੀਰ ਹੋ ਗਿਆ। 4 ਪਿੰਡ ਰਲ ਕੇ ਪੰਪ ਲਾ ਲਓ, ਜ਼ਰੂਰੀ ਆਪਾਂ ਧੋਖੇ 'ਚ ਲੈਣਾ। 4 ਪਿੰਡ ਰਲ ਕੇ ਇੱਕ ਪੈਟਰੋਲ ਪੰਪ ਲਾ ਲਓ, ਉਹ ਪੈਟਰੋਲ ਪੰਪ ਦੀ ਕਮਾਈ ਉਸ ਪਿੰਡ ਦੀ ਡਿਵੈਲਪਮੈਂਟ 'ਤੇ ਲਾ ਲਓ। ਤੇਲ ਤਾਂ ਰੋਜ਼ ਹੀ ਪਵਾਉਂਦੇ ਹੋ, ਜੇ ਨਹੀਂ ਪਵਾਉਂਦੇ ਤਾਂ ਦੱਸੋ। ਜਿਹੜੀ ਆਮਦਨ ਦੂਜੇ ਪਾਸੇ ਜਿਹੜੇ ਕੋਆਪਰੇਟਿਵ ਘਰਾਣਿਆਂ ਨੂੰ ਆਪਾਂ ਗਾਲਾਂ ਕੱਢੀ ਜਾਂਦੇ, ਉਹਨਾਂ ਦੀ ਜੇਬ 'ਚ ਜਾਂਦੀ ਹੈ, ਇੱਥੇ ਕਰ ਲਓ। ਛੋਟੀ ਜਿਹੀ ਐਗਜ਼ਾਮਪਲ ਹੈ, ਕੁਛ ਵੀ ਕਰ ਲਓ। 4 ਪਿੰਡ ਰਲ ਕੇ ਆਪਾਂ ਡੈਰੀ ਦਾ ਕੰਮ ਚੱਲਦਾ ਹੈ ਜਾਂ ਹੋਰ ਹੈ, ਕੋਈ ਵੱਡਾ ਉਹੋ ਜਿਹਾ ਕੋਈ ਆਪਦਾ ਕੋਈ ਪਲਾਂਟ ਲਾ ਕੇ ਕੋਈ ਉਹੋ ਜਿਹੀ ਨਾਲ ਤਾਂ ਰੁਜ਼ਗਾਰ ਦੇਣ ਲੱਗ ਜਾਓਗੇ ਬੱਚਿਆਂ ਨੂੰ। ਬਾਹਰ ਰੁਜ਼ਗਾਰ ਵਧੀਆ ਦੇਣਾ, ਤਨਖਾਹ ਜਿਹਨੂੰ ਵੀ ਦੇਣੀ ਹੈ, ਚਾਹੇ ਪ੍ਰੋਫਿਟ ਨਾ ਹੋਵੇ, ਨੋ ਪ੍ਰੋਫਿਟ ਨੋ ਲਾਸ, ਪਰ ਤੁਹਾਨੂੰ ਇੱਕ ਖੁਸ਼ੀ ਮਹਿਸੂਸ ਵੀ ਰੁਜ਼ਗਾਰ ਵੀ ਦਿੱਤਾ। ਉਹਨਾਂ ਕੁ ਦੋ ਜਿਹਦੇ ਨਾਲ ਉਹਦਾ ਸਟੈਂਡਰਡ ਤੇ ਉਹਨੂੰ ਲੋੜ ਨਾ ਮਹਿਸੂਸ ਹੋਵੇ ਬਾਹਰ ਜਾਣਾ। ਤੇ ਉਹਦੇ ਵਿੱਚ ਕੀ ਹੋਣਾ, ਚੇਂਜ ਆਉਣੀ ਸ਼ੁਰੂ ਹੋ ਜਾਣੀ ਹੈ, ਗੰਦਗੀ ਸਾਫ਼ ਹੋਣੀ ਸ਼ੁਰੂ ਹੋ ਜਾਣੀ ਹੈ। ਸਰਪੰਚ ਵੀ ਫਿਰ ਫਕਰ ਨਾਲ, ਜਿਵੇਂ ਪੁਰਾਣੇ ਸਰਪੰਚ ਹੁੰਦੇ ਸੀ, ਉਹ ਮਹਿਸੂਸ ਕਰੂ ਵੀ ਮੈਂ ਸਰਪੰਚ ਆ, ਜੀ ਕਰੂ। ਅੱਜ ਦੀ ਕਹਾਣੀ ਕੀ ਹੈ, ਤੁਸੀਂ ਕਿਸੇ ਨੂੰ ਕਹਿ ਦਿਓ ਸਰਪੰਚ ਜੀ, ਅਗਲਾ ਹੱਥ ਬੰਨ੍ਹ ਦਿੰਦਾ ਵੀ ਭਰਾਵਾ ਨਾ ਮੈਥੋਂ ਨਹੀਂ। ਨਾਲ ਤਾਂ ਲੋਕ ਜੁੱਤੀਆਂ ਮਾਰਦੇ ਆ, ਉੱਧਰੋਂ ਸਰਪੰਚ ਦੇ ਦੂਜੇ ਪਾਸੇ ਜੁੱਤੀਆਂ ਪੈਂਦੀਆਂ, ਲੀਡਰ MLA ਜੁੱਤੀਆਂ ਮਾਰਦੇ ਆ। ਚੇਂਜ ਲਿਆਓ, ਅੰਦਰੂਨੀ ਚੇਂਜ ਲਿਆਓ, ਨਿਉ ਪੱਕੀ ਕਰ ਲਓਗੇ ਤੇ ਪੰਜਾਬ ਜਿਹੋ ਜਿਹਾ ਅਸੀਂ ਗੱਲਾਂ ਕਰਦੇ ਆ ਨਾ, ਤੇ ਉਹੋ ਜਿਹਾ ਬਣ ਵੀ ਜਾਊ। ਗੱਲਾਂ ਨਾਲ ਨਹੀਂ ਬਣਨਾ, ਸਾਨੂੰ ਖੁਦ ਪਹਿਲਾਂ ਇੱਕ ਬੰਦੇ ਨੂੰ ਬਦਲਣਾ ਪਊਗਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੀਰੇ। ਇਹ ਸਨ ਕਿਸਾਨ ਨੇਤਾ ਡਿੱਕੀ ਜੇਜੀ ਜੀ, ਜੋ 30 ਦੀ ਮੀਟਿੰਗ ਨੂੰ ਲੈ ਕੇ ਵੀ ਉਹਨਾਂ ਨੇ ਦੱਸਿਆ, ਪਰ ਜੋ ਧਰਨਾ ਇੱਥੇ ਬਰਕਰਾਰ ਰਹੂਗਾ। 110 ਕਿਸਾਨ ਫਿਲਹਾਲ ਇੱਥੇ ਮੌਜੂਦ ਰਹਿਣਗੇ। 30 ਮਈ ਤੋਂ ਬਾਅਦ ਕੀ ਸਰਕਾਰ ਫੈਸਲਾ ਕਰਦੀ ਹੈ ਉਹ ਸਮਾਂ ਦੱਸੇਗਾ। ਉਸ ਤੋਂ ਬਾਅਦ ਕਿਸਾਨਾਂ ਦੇ ਐਕਸ਼ਨ ਪਲਾਨ ਕੀ ਹੋਣਗੇ, ਇਹ ਵੀ 30 ਤੋਂ ਬਾਅਦ ਪਤਾ ਚੱਲੇਗਾ। ਕੈਮਰਾ ਪਰਸਨ ਸੁਖਦੇਵ ਧਾਲੀਵਾਲ ਦੇ ਨਾਲ ਮੈਂ ਅਰਮਾਨ ਧਾਲੀਵਾਲ, ਧੰਨਵਾਦ।